ਕਹਾਣੀ ਸ਼ੁਰੂ ਹੁੰਦੀ ਆ 1950 ਵਿੱਚ, ਜਿੱਥੇ ਸਾਨੂੰ ਕੁਝ ਪਪੀਜ਼ ਦਿਖਾਏ ਜਾਂਦੇ ਨੇ। ਉਹਨਾਂ ਦੇ ਵਿੱਚੋਂ ਇੱਕ ਪਪੀ ਦੀ ਆਵਾਜ਼ ਸਾਨੂੰ ਸੁਣਾਈ ਦਿੰਦੀ ਹੈ, ਜੋ ਕਿ ਕਹਿੰਦਾ ਹੈ, ਮੈਨੂੰ ਕੁਝ ਵੀ ਮਹਿਸੂਸ ਨਹੀਂ ਹੋ ਰਿਹਾ ਕਿਉਂਕਿ ਮੇਰੀਆਂ ਅੱਖਾਂ ਹਜੇ ਖੁੱਲ੍ਹੀਆਂ ਨਹੀਂ। ਮੈਨੂੰ ਨਹੀਂ ਪਤਾ ਜ਼ਿੰਦਗੀ ਕੀ ਹੈ ਤੇ ਮੇਰੀ ਜ਼ਿੰਦਗੀ ਦਾ ਮਕਸਦ ਕੀ ਹੈ। ਇਹ ਇੱਕ ਜਰਮਨ ਸ਼ੈਫਰਡ ਪਪੀ ਹੁੰਦਾ ਹੈ, ਜੋ ਕਿ ਆਪਣੇ ਭਰਾਵਾਂ ਦੇ ਨਾਲ ਬਹੁਤ ਮਸਤੀ ਕਰਦਾ ਹੈ। ਦਰਅਸਲ ਇਹ ਸਾਰੇ ਇੱਕ ਸਟਰੀਟ ਡੌਗਸ ਹੁੰਦੇ ਨੇ, ਮਤਲਬ ਕਿ ਗਲੀ 'ਚ ਰਹਿਣ ਵਾਲੇ ਕੁੱਤੇ। ਥੋੜ੍ਹੇ ਦਿਨਾਂ ਬਾਅਦ ਸਿਟੀ ਐਨੀਮਲ ਕੰਟਰੋਲ ਵਾਲੇ ਆ ਜਾਂਦੇ ਨੇ ਤੇ ਇਹਨਾਂ ਸਾਰੇ ਪਪੀਜ਼ ਨੂੰ ਚੱਕ ਕੇ ਲੈ ਜਾਂਦੇ ਨੇ ਤੇ ਕੁਝ ਦਿਨਾਂ ਬਾਅਦ ਇਹਨਾਂ ਸਾਰੇ ਪਪੀਜ਼ ਨੂੰ ਮਾਰ ਦਿੱਤਾ ਜਾਂਦਾ ਹੈ ਤੇ ਸਾਨੂੰ ਫਿਰ ਉਸੇ ਪਪੀ ਦੀ ਆਵਾਜ਼ ਸੁਣਾਈ ਦਿੰਦੀ ਹੈ, ਜੋ ਕਿ ਕਹਿੰਦਾ ਹੈ, ਮੈਨੂੰ ਪਤਾ ਨਹੀਂ ਮੈਂ ਕੀ ਗਲਤ ਕੀਤਾ, ਪਰ ਮੇਰੀ ਜ਼ਿੰਦਗੀ ਬਹੁਤ ਹੀ ਛੋਟੀ ਸੀ। ਉਸ ਤੋਂ ਬਾਅਦ ਉਹ ਪਪੀ ਫਿਰ ਇੱਕ ਡੌਗ ਦੇ ਰੂਪ ਵਿੱਚ ਜਨਮ ਲੈਂਦਾ ਹੈ ਤੇ ਇਹ ਸਾਲ ਹੁੰਦਾ 1961 ਦਾ। ਉਹ ਇੱਕ ਪਪੀਜ਼ ਫਾਰਮ ਦੇ ਵਿੱਚ ਹੁੰਦਾ ਹੈ, ਜਿੱਥੇ ਕੁਝ ਲੋਕ ਪਪੀਜ਼ ਨੂੰ ਐਡੋਪਟ ਕਰਨ ਦੇ ਲਈ ਆਉਂਦੇ ਨੇ ਤੇ ਜਦੋਂ ਉਹ ਗੋਲਡਨ ਰੈਟਰੀਵਿਊ ਪਪੀ ਦੇਖਣ ਜਾਂਦੇ ਨੇ ਤਾਂ ਦਰਵਾਜ਼ਾ ਅਚਾਨਕ ਖੁੱਲ੍ਹਾ ਰਹਿ ਜਾਂਦਾ ਹੈ ਤੇ ਇੱਕ ਗੋਲਡਨ ਰੈਟਰੀਵਿਊ ਪਪੀ ਉੱਥੋਂ ਭੱਜ ਜਾਂਦਾ ਹੈ ਤੇ ਥੋੜ੍ਹੀ ਦੂਰ ਜਾਣ ਤੋਂ ਬਾਅਦ ਉਹ ਦੇਖਦਾ ਹੈ ਕਿ ਕਾਫੀ ਸਾਰਾ ਕੂੜਾ ਪਿਆ। ਉਸ ਨੂੰ ਕੂੜੇ ਦੇ ਵਿੱਚ ਖੇਡਣ 'ਚ ਬਹੁਤ ਮਜ਼ਾ ਆਉਂਦਾ ਹੈ, ਪਰ ਅਚਾਨਕ ਗਲਤੀ ਦੇ ਨਾਲ ਉਹ ਇੱਕ ਗੱਤੇ ਦੇ ਬਾਕਸ ਦੇ ਵਿੱਚ ਫਸ ਜਾਂਦਾ ਹੈ। ਉੱਥੇ ਥੋੜ੍ਹੀ ਦੇਰ ਬਾਅਦ ਦੋ ਗਾਰਬੇਜ ਮੈਨ ਆਉਂਦੇ ਨੇ ਤੇ ਪਪੀ ਨੂੰ ਦੇਖ ਕੇ ਆਪਣੀ ਗੱਡੀ ਵਿੱਚ ਬਿਠਾ ਕੇ ਲੈ ਜਾਂਦੇ ਨੇ, ਕਿਉਂਕਿ ਉਹ ਉਸ ਪਪੀ ਨੂੰ ਵੇਚ ਕੇ ਪੈਸੇ ਕਮਾਉਣਾ ਚਾਹੁੰਦੇ ਨੇ। ਉਹ ਗੱਡੀ ਇੱਕ ਜਗ੍ਹਾ ਖੜੀ ਕਰਕੇ ਉੱਥੋਂ ਨਿਕਲ ਜਾਂਦੇ ਨੇ ਤੇ ਪਪੀ ਨੂੰ ਕਾਰ ਦੇ ਵਿੱਚ ਹੀ ਛੱਡ ਦਿੰਦੇ ਨੇ। ਪਪੀ ਬੋਲਦਾ ਕਿ ਉਸ ਨੂੰ ਬਹੁਤ ਜ਼ਿਆਦਾ ਪਿਆਸ ਲੱਗੀ ਆ ਤੇ ਉਸ ਦੀ ਹਾਲਤ ਵੀ ਬਹੁਤ ਜ਼ਿਆਦਾ ਖਰਾਬ ਹੋ ਜਾਂਦੀ ਹੈ। ਉਦੋਂ ਵੀ ਉੱਥੇ ਇੱਕ ਈਥਨ ਨਾਮ ਦਾ ਮੁੰਡਾ ਆਉਂਦਾ ਆਪਣੀ ਮੋਮ ਦੇ ਨਾਲ ਤੇ ਦੇਖਦਾ ਕਿ ਪਪੀ ਕਾਰ ਦੇ ਵਿੱਚ ਫਸਿਆ ਹੋਇਆ ਤੇ ਉਸ ਦੀ ਹਾਲਤ ਵੀ ਬਹੁਤ ਜ਼ਿਆਦਾ ਖਰਾਬ ਹੈ। ਉਹ ਆਪਣੀ ਮੋਮ ਨੂੰ ਪਪੀ ਨੂੰ ਬਾਹਰ ਕੱਢਣ ਦੇ ਲਈ ਬੋਲਦਾ। ਉਸ ਦੀ ਮੋਮ ਗੱਡੀ ਦਾ ਸ਼ੀਸ਼ਾ ਤੋੜ ਕੇ ਪਪੀ ਨੂੰ ਬਾਹਰ ਕੱਢਦੀ ਹੈ ਤੇ ਆਪਣੇ ਨਾਲ ਪਪੀ ਨੂੰ ਆਪਣੇ ਘਰ ਲਿਆਉਂਦੀ ਹੈ। ਘਰ ਵਿੱਚ ਜਦੋਂ ਗੋਲਡਨ ਰੈਟਰੀਵਿਊ ਦੀ ਅੱਖ ਖੁੱਲ੍ਹਦੀ ਹੈ ਤਾਂ ਉਹ ਦੇਖਦਾ ਹੈ ਕਿ ਉਸ ਦੇ ਸਾਹਮਣੇ ਇੱਕ ਮੁੰਡਾ ਹੈ, ਜੋ ਕਿ ਉਸ ਨੂੰ ਬਹੁਤ ਜ਼ਿਆਦਾ ਪਿਆਰ ਕਰਦਾ ਹੈ। ਗੋਲਡਨ ਰੈਟਰੀਵਿਊ ਬੋਲਦਾ ਹੈ ਵੀ ਮੈਂ ਇਸ ਮੁੰਡੇ ਨੂੰ ਪਾਲ ਲਊਂਗਾ। ਈਥਨ ਵੀ ਗੋਲਡਨ ਰੈਟਰੀਵਿਊ ਨੂੰ ਰੱਖਣਾ ਚਾਹੁੰਦਾ ਤੇ ਆਪਣੇ ਡੈਡ ਤੋਂ ਇਸ ਗੱਲ ਦੀ ਪਰਮਿਸ਼ਨ ਮੰਗਦਾ ਤੇ ਉਸ ਦੇ ਡੈਡ ਪਰਮਿਸ਼ਨ ਦੇ ਵੀ ਦਿੰਦੇ ਨੇ। ਹੁਣ ਈਥਨ ਇਸ ਡੌਗ ਦਾ ਨਾਮ ਬੈਲੀ ਰੱਖਦਾ ਹੈ। ਬਹੁਤ ਜਲਦ ਪਪੀ ਨੂੰ ਸਮਝ ਆ ਜਾਂਦਾ ਹੈ ਕਿ ਉਸ ਦਾ ਨਾਮ ਬੈਲੀ ਹੈ ਤੇ ਇਸ ਮੁੰਡੇ ਦਾ ਨਾਮ ਜਿਸ ਨੇ ਉਸ ਨੂੰ ਐਡੋਪਟ ਕੀਤਾ ਹੈ, ਇਸ ਦਾ ਨਾਮ ਈਥਨ ਹੈ। ਦੋਨੇ ਇੱਕ ਦੂਜੇ ਨਾਲ ਬਹੁਤ ਖੁਸ਼ ਰਹਿੰਦੇ ਨੇ, ਪਰ ਬੈਲੀ ਨੂੰ ਅੱਜ ਵੀ ਨਹੀਂ ਪਤਾ ਕਿ ਉਸ ਦੀ ਲਾਈਫ ਦਾ ਮਕਸਦ ਕੀ ਹੈ। ਉਸ ਨੂੰ ਨਹੀਂ ਪਤਾ ਉਹ ਇਸ ਦੁਨੀਆ ਦੇ ਵਿੱਚ ਹੈ। ਈਥਨ ਜਦ ਬੈਲੀ ਨੂੰ ਆਪਣੇ ਗ੍ਰੈਂਡਫਾਦਰ ਦੇ ਫਾਰਮ ਲੈ ਕੇ ਜਾਂਦਾ ਹੈ ਤਾਂ ਉੱਥੇ ਉਹ ਬਹੁਤ ਖੇਡਦੇ ਨੇ। ਬੈਲੀ ਇੱਕ ਬਾਲ ਚੱਕ ਕੇ ਲੈ ਕੇ ਆਉਂਦਾ। ਈਥਨ ਉਸ ਬਾਲ ਨੂੰ ਦੂਰ ਸੁੱਟਦਾ ਹੈ ਤੇ ਨੀਚੇ ਝੁਕ ਜਾਂਦਾ ਹੈ। ਬੈਲੀ ਉਸ ਦੀ ਪਿੱਠ ਦੇ ਉੱਪਰ ਜੰਪ ਕਰਕੇ ਉਸ ਬਾਲ ਨੂੰ ਕੈਚ ਕਰਦਾ ਹੈ। ਦਰਅਸਲ ਇਹ ਇਹਨਾਂ ਦੋਵਾਂ ਦਾ ਇੱਕ ਗੇਮ ਹੈ। ਨਾਲ ਹੀ ਈਥਨ ਬੈਲੀ ਨੂੰ ਬੌਸ ਡੌਗ ਕਹਿ ਕੇ ਵੀ ਬੁਲਾਉਂਦਾ ਹੈ। ਹੌਲੀ ਹੌਲੀ ਟਾਈਮ ਨਿਕਲਦਾ ਹੈ ਤੇ ਈਥਨ ਹੁਣ ਵੱਡਾ ਹੋ ਚੁੱਕਿਆ ਹੈ। ਉਹ ਬਹੁਤ ਵਧੀਆ ਫੁੱਟਬਾਲ ਖੇਡਦਾ ਹੈ ਤੇ ਆਪਣੀ ਸਕੂਲ ਦੀ ਟੀਮ ਦੇ ਵਿੱਚ ਵੀ ਹੈ। ਜਦੋਂ ਉਹ ਘਰ ਆਉਂਦਾ ਤਾਂ ਆਪਣੇ ਫਾਦਰ ਸਾਹਿਬ ਨੂੰ ਦੇਖਦਾ, ਜੋ ਕਿ ਜੋਬ ਦੇ ਵਿੱਚ ਲਗਾਤਾਰ ਫੇਲ ਹੋਣ ਦੇ ਕਰਕੇ ਹੁਣ ਐਲਕੋਹਲਿਕ ਹੋ ਚੁੱਕੇ ਨੇ। ਈਥਨ ਐਂਡ ਬੈਲੀ ਇੱਕ ਦਿਨ ਮੇਲੇ 'ਤੇ ਜਾਂਦੇ ਨੇ ਤੇ ਉੱਥੇ ਉਹਨਾਂ ਨੂੰ ਇੱਕ ਕੁੜੀ ਮਿਲਦੀ ਹੈ, ਜਿਸ ਦਾ ਨਾਮ ਹੁੰਦਾ ਹੈਨਾ। ਹੈਨਾ ਐਂਡ ਈਥਨ ਬਹੁਤ ਜਲਦੀ ਬਹੁਤ ਵਧੀਆ ਦੋਸਤ ਬਣ ਜਾਂਦੇ ਨੇ ਤੇ ਹੌਲੀ ਹੌਲੀ ਇਹਨਾਂ ਦੀ ਦੋਸਤੀ ਪਿਆਰ ਦੇ ਵਿੱਚ ਬਦਲ ਜਾਂਦੀ ਹੈ। ਈਥਨ, ਬੈਲੀ ਐਂਡ ਹੈਨਾ ਜ਼ਿਆਦਾ ਟਾਈਮ ਇਕੱਠੇ ਹੀ ਸਪੈਂਡ ਕਰਦੇ ਨੇ ਤੇ ਬਹੁਤ ਜ਼ਿਆਦਾ ਮਸਤੀ ਵੀ ਕਰਦੇ ਨੇ। ਈਥਨ ਘਰ ਆਉਂਦਾ ਤੇ ਦੇਖਦਾ ਉਸ ਦੇ ਡੈਡ ਉਸ ਦੀ ਮੋਮ ਦੇ ਨਾਲ ਲੜ ਰਹੇ ਨੇ, ਜੋ ਕਿ ਹਮੇਸ਼ਾ ਹੀ ਇੱਦਾਂ ਕਰਦੇ ਨੇ। ਇਹ ਦੇਖ ਕੇ ਈਥਨ ਨੂੰ ਬਹੁਤ ਜ਼ਿਆਦਾ ਗੁੱਸਾ ਆਉਂਦਾ ਹੈ ਤੇ ਉਹ ਆਪਣੇ ਡੈਡ ਨੂੰ ਉੱਥੋਂ ਚਲੇ ਜਾਣ ਦੇ ਲਈ ਕਹਿ ਦਿੰਦਾ ਤੇ ਨਾਲ ਹੀ ਬੋਲਦਾ, ਸਾਨੂੰ ਹੁਣ ਤੁਹਾਡੀ ਕੋਈ ਲੋੜ ਨਹੀਂ। ਈਥਨ ਦੇ ਡੈਡ ਘਰ ਛੱਡ ਕੇ ਚਲੇ ਜਾਂਦੇ ਨੇ ਤੇ ਹੁਣ ਘਰ ਦਾ ਹੈੱਡ ਈਥਨ ਹੀ ਹੈ। ਈਥਨ ਨੂੰ ਸਕੂਲ ਵਿੱਚ ਵਧੀਆ ਫੁੱਟਬਾਲ ਖੇਡਣ ਕਰਕੇ 4 ਸਾਲ ਦੀ ਸਕੋਲਰਸ਼ਿਪ ਮਿਲ ਜਾਂਦੀ ਹੈ। ਇਸ ਗੱਲ ਤੋਂ ਉਸ ਦਾ ਇੱਕ ਫਰੈਂਡ, ਜਿਸ ਦਾ ਨਾਮ ਟੋਡ ਹੁੰਦਾ, ਉਹ ਬਹੁਤ ਜ਼ਿਆਦਾ ਜੈਲਸ ਫੀਲ ਕਰਦਾ ਹੈ ਤੇ ਉਹ ਈਥਨ ਦੇ ਡੈਡ ਬਾਰੇ, ਉਸ ਦੀ ਗਰਲਫ੍ਰੈਂਡ ਬਾਰੇ ਪੁੱਠਾ ਸਿੱਧਾ ਬੋਲਦਾ। ਇਸ ਗੱਲ ਤੋਂ ਈਥਨ ਨੂੰ ਗੁੱਸਾ ਆਉਂਦਾ ਤੇ ਉਹ ਟੋਡ ਦੇ ਇੱਕ ਪੰਚ ਮਾਰ ਦਿੰਦਾ। ਉਸੇ ਰਾਤ ਨੂੰ ਜਦੋਂ ਈਥਨ ਆਪਣੇ ਘਰ ਦੇ ਵਿੱਚ ਸੋ ਰਿਹਾ ਹੁੰਦਾ ਤਾਂ ਟੋਡ ਉਸ ਦੇ ਘਰ ਦੇ ਵਿੱਚ ਅੱਗ ਲਗਾ ਦਿੰਦਾ। ਈਥਨ ਉਸ ਦੀ ਮੋਮ ਐਂਡ ਬੈਲੀ ਦੇ ਨਾਲ ਦਰਵਾਜ਼ੇ 'ਚੋਂ ਨਹੀਂ ਨਿਕਲ ਸਕਦਾ, ਇਸ ਲਈ ਈਥਨ ਰੱਸੀ ਨਾਲ ਖਿੜਕੀ 'ਚੋਂ ਪਹਿਲਾਂ ਆਪਣੀ ਮੋਮ ਨੂੰ ਨੀਚੇ ਉਤਾਰਦਾ ਹੈ ਤੇ ਫਿਰ ਆਪਣੇ ਡੌਗ ਬੈਲੀ ਨੂੰ, ਪਰ ਉਸ ਦੀ ਰੱਸੀ ਗਲਤੀ ਦੇ ਨਾਲ ਉੱਥੇ ਹੀ ਗਿਰ ਜਾਂਦੀ ਹੈ। ਈਥਨ ਨੂੰ ਉੱਪਰ ਤੋਂ ਛਾਲ ਮਾਰਨੀ ਪੈਂਦੀ ਹੈ, ਜਿਸ ਵਜ੍ਹਾ ਕਰਕੇ ਉਸ ਦੇ ਪੈਰ ਦੇ ਵਿੱਚ ਫ੍ਰੈਕਚਰ ਆ ਜਾਂਦਾ ਹੈ। ਹੁਣ ਈਥਨ ਨੂੰ ਐਂਬੂਲੈਂਸ ਦੇ ਦੁਆਰਾ ਹੌਸਪੀਟਲ ਲੈ ਜਾਂਦੇ ਨੇ। ਉੱਥੇ ਹੀ ਟੋਡ ਵੀ ਇਹ ਸਭ ਕੁਝ ਲੁੱਕ ਕੇ ਦੇਖ ਰਿਹਾ ਹੁੰਦਾ ਹੈ। ਬੈਲੀ ਟੋਡ ਦੇ ਉੱਪਰ ਅਟੈਕ ਕਰ ਦਿੰਦਾ ਹੈ, ਕਿਉਂਕਿ ਉਸ ਨੂੰ ਪਤਾ ਹੁੰਦਾ ਕਿ ਇਹ ਸਭ ਕੁਝ ਟੋਡ ਨੇ ਕੀਤਾ ਹੈ। ਉੱਥੇ ਪੁਲਿਸ ਵੀ ਹੁੰਦੀ ਹੈ ਤੇ ਉਹ ਟੋਡ ਨੂੰ ਅਰੈਸਟ ਕਰ ਲੈਂਦੇ ਨੇ। ਕੁਝ ਦਿਨਾਂ ਬਾਅਦ ਈਥਨ ਹੌਸਪੀਟਲ ਤੋਂ ਆਪਣੇ ਗ੍ਰੈਂਡਫਾਦਰ ਦੇ ਕੋਲ ਦੁਬਾਰਾ ਆਉਂਦਾ। ਹੁਣ ਉਸ ਦੇ ਪੈਰ ਦੇ ਵਿੱਚ ਫ੍ਰੈਕਚਰ ਹੈ, ਮਤਲਬ ਕਿ ਹੁਣ ਉਹ ਦੁਬਾਰਾ ਫੁੱਟਬਾਲ ਨਹੀਂ ਖੇਡ ਸਕਦਾ ਤੇ ਉਸ ਦੀ ਸਕੋਲਰਸ਼ਿਪ ਵੀ ਕੈਂਸਲ ਹੋ ਜਾਂਦੀ ਹੈ। ਹੈਨਾ ਈਥਨ ਨੂੰ ਮਿਲਣ ਵਾਸਤੇ ਆਉਂਦੀ ਆ, ਪਰ ਈਥਨ
ਹੈਨਾ ਦੇ ਨਾਲ ਬ੍ਰੇਕਅਪ ਕਰ ਲੈਂਦਾ ਤੇ ਉਸ ਨੂੰ ਕਹਿੰਦਾ ਹੈ ਸ਼ਾਇਦ ਸਾਡਾ ਸਫ਼ਰ ਇੱਥੇ ਤੱਕ ਹੀ ਸੀ। ਦਰਅਸਲ ਈਥਨ ਕਿਸੇ ਦੀ ਲਾਈਫ ਦੇ ਵਿੱਚ ਬੋਝ ਨਹੀਂ ਬਣਨਾ ਚਾਹੁੰਦਾ ਤੇ ਇੱਥੋਂ ਹੀ ਈਥਨ ਐਂਡ ਹੈਨਾ ਦੇ ਰਾਸਤੇ ਅਲੱਗ-ਅਲੱਗ ਹੋ ਜਾਂਦੇ ਨੇ। ਇਸ ਤੋਂ ਬਾਅਦ ਈਥਨ ਐਗਰੀਕਲਚਰ ਸਕੂਲ ਚਲਿਆ ਜਾਂਦਾ ਤਾਂ ਜੋ ਉਹ ਬਾਅਦ ਦੇ ਵਿੱਚ ਆਪਣੇ ਗ੍ਰੈਂਡਫਾਦਰ ਦੇ ਫਾਰਮ ਨੂੰ ਸਾਂਭ ਸਕੇ। ਬੈਲੀ ਹੁਣ ਈਥਨ ਦੇ ਗ੍ਰੈਂਡਫਾਦਰ ਦੇ ਨਾਲ ਹੀ ਫਾਰਮ ਦੇ ਵਿੱਚ ਰਹਿੰਦਾ ਹੈ, ਪਰ ਹੁਣ ਉਹ ਬਹੁਤ ਹੀ ਜ਼ਿਆਦਾ ਬੁੜਾ ਹੋ ਚੁੱਕਿਆ। ਉਹ ਪਹਿਲਾਂ ਦੀ ਤਰ੍ਹਾਂ ਭੱਜ ਨਹੀਂ ਸਕਦਾ ਤੇ ਉਹ ਬਹੁਤ ਜ਼ਿਆਦਾ ਬਿਮਾਰ ਹੋ ਜਾਂਦਾ ਹੈ। ਉਸ ਦੀਆਂ ਅੱਖਾਂ ਸਿਰਫ ਆਪਣੇ ਈਥਨ ਨੂੰ ਲੱਭ ਰਹੀਆਂ ਹੁੰਦੀਆਂ ਨੇ। ਈਥਨ ਆਖਰੀ ਵਾਰ ਆਪਣੇ ਬੈਲੀ ਨੂੰ ਗੁੱਡ ਬਾਏ ਕਹਿਣ ਆਉਂਦਾ ਤੇ ਇਸ ਤਰ੍ਹਾਂ ਬੈਲੀ ਦੀ ਜ਼ਿੰਦਗੀ ਖਤਮ ਹੋ ਜਾਂਦੀ ਹੈ। ਸਨ 1980 ਦੀ ਸ਼ੁਰੂਆਤ ਦੇ ਵਿੱਚ ਇੱਕ ਵਾਰੀ ਫੇਰ ਬੈਲੀ ਡੌਗ ਦੇ ਰੂਪ ਵਿੱਚ ਜਨਮ ਲੈਂਦਾ ਹੈ ਤੇ ਇਸ ਵਾਰੀ ਉਹ ਇੱਕ ਫੀਮੇਲ ਜਰਮਨ ਸ਼ੈਫਰਡ ਡੌਗ ਹੈ। ਉਸ ਨੂੰ ਆਪਣਾ ਪਿਛਲਾ ਜਨਮ ਯਾਦ ਹੁੰਦਾ ਹੈ ਤੇ ਉਹ ਈਥਨ ਨੂੰ ਚਾਰੇ ਪਾਸੇ ਲੱਭਦਾ ਹੈ, ਪਰ ਉਸ ਨੂੰ ਈਥਨ ਕਿਤੇ ਵੀ ਨਹੀਂ ਮਿਲਦਾ। ਉਹ ਇੱਕ ਪੁਲਿਸ ਡੌਗ ਹੈ, ਮਤਲਬ ਕਿ ਬੌਂਬ ਲੱਭਣਾ, ਲੋਕਾਂ ਦੀ ਜਾਨ ਬਚਾਉਣਾ ਉਸ ਦਾ ਕੰਮ ਹੈ। ਉਸ ਦਾ ਮਾਸਟਰ ਜੋ ਕਿ ਉਸ ਦਾ ਟ੍ਰੇਨਰ ਵੀ ਹੈ ਬਹੁਤ ਸੀਰੀਅਸ ਹੁੰਦਾ, ਪਰ ਟਾਈਮ ਬੀਤਣ ਦੇ ਨਾਲ ਨਾਲ ਹੌਲੀ ਹੌਲੀ ਦੋਵਾਂ ਦੇ ਵਿੱਚ ਇੱਕ ਵਧੀਆ ਬੌਂਡ ਕ੍ਰੀਏਟ ਹੋ ਜਾਂਦਾ ਹੈ। ਬੈਲੀ ਦਾ ਇਸ ਜਨਮ ਦੇ ਵਿੱਚ ਨਾਮ ਐਲੇ ਹੁੰਦਾ ਹੈ। ਇੱਕ ਵਾਰ ਜਦ ਇੱਕ ਕਿਡਨੈਪਰ ਇੱਕ ਕੁੜੀ ਨੂੰ ਕਿਡਨੈਪ ਕਰਕੇ ਆਪਣੇ ਨਾਲ ਲੈ ਕੇ ਜਾ ਰਿਹਾ ਹੁੰਦਾ ਹੈ ਤਾਂ ਐਲੀ ਐਂਡ ਪੁਲਿਸਮੈਨ ਉਸ ਦਾ ਪਿੱਛਾ ਕਰ ਰਹੇ ਹੁੰਦੇ ਨੇ। ਉਦੋਂ ਕਿਡਨੈਪਰ ਕੁੜੀ ਨੂੰ ਪਾਣੀ ਵਿੱਚ ਸੁੱਟ ਦਿੰਦਾ ਹੈ। ਬੈਲੀ ਪਾਣੀ 'ਚ ਜਾ ਕੇ ਕੁੜੀ ਦੀ ਜਾਨ ਬਚਾ ਲੈਂਦਾ ਹੈ। ਪੁਲਿਸ ਵਾਲਾ ਹਜੇ ਵੀ ਕਿਡਨੈਪਰ ਦਾ ਪਿੱਛਾ ਕਰ ਰਿਹਾ ਹੁੰਦਾ ਹੈ। ਜਦੋਂ ਕਿਡਨੈਪਰ ਪੁਲਿਸ ਵਾਲੇ ਦੇ ਪਿੱਛੇ ਤੋਂ ਗੋਲੀ ਮਾਰਨ ਲੱਗਦਾ ਹੈ ਉਦੋਂ ਹੀ ਉੱਥੇ ਬੈਲੀ ਆ ਜਾਂਦਾ ਹੈ ਤੇ ਉਹ ਉਸਦੇ ਹੱਥ 'ਤੇ ਵੱਢਣਾ ਸ਼ੁਰੂ ਕਰ ਦਿੰਦਾ ਹੈ, ਜਿਸ ਵਜ੍ਹਾ ਨਾਲ ਪੁਲਿਸ ਇੰਸਪੈਕਟਰ ਦੀ ਜਾਨ ਬਚ ਜਾਂਦੀ ਹੈ। ਹਾਲਾਂਕਿ ਕਿਡਨੈਪਰ ਨੇ ਗੋਲੀ ਵੀ ਚਲਾਈ ਪਰ ਉਹ ਗੋਲੀ ਬੈਲੀ 'ਤੇ ਜਾ ਲੱਗਦੀ ਹੈ। ਕਿਡਨੈਪਰ ਨੂੰ ਅਰੈਸਟ ਕਰ ਲਿਆ ਜਾਂਦਾ ਐਂਡ ਬੈਲੀ ਹੁਣ ਆਪਣੇ ਮਾਸਟਰ ਦੀ ਗੋਦੀ ਵਿੱਚ ਆਪਣੇ ਆਖਰੀ ਸਾਹ ਗਿਣ ਰਿਹਾ ਹੁੰਦਾ ਹੈ। ਉਹ ਮਰਨ ਤੋਂ ਪਹਿਲਾਂ ਕਹਿੰਦਾ ਹੈ ਕਿ ਉਸਨੇ ਇਸ ਜਨਮ ਦੇ ਵਿੱਚ ਬਹੁਤ ਜ਼ਿਆਦਾ ਮਸਤੀ ਨਹੀਂ ਕੀਤੀ, ਪਰ ਉਸਨੇ ਚੰਗੇ ਕੰਮ ਕੀਤੇ, ਉਸਨੇ ਲੋਕਾਂ ਦੀ ਹੈਲਪ ਕੀਤੀ, ਆਪਣੇ ਮਾਸਟਰ ਦੀ ਜਾਨ ਬਚਾਈ। ਇਸ ਤੋਂ ਬਾਅਦ ਬੈਲੀ ਦੀ ਇਹ ਲਾਈਫ ਵੀ ਖਤਮ ਹੋ ਜਾਂਦੀ ਹੈ। ਪਰ ਬੈਲੀ 1985 ਵਿੱਚ ਇੱਕ ਵਾਰੀ ਫੇਰ ਕੋਰਗੋ ਮੇਲ ਡੌਗ ਦੇ ਰੂਪ ਦੇ ਵਿੱਚ ਜਨਮ ਲੈਂਦਾ ਹੈ ਤੇ ਉਸ ਨੂੰ ਮਾਇਆ ਨਾਮ ਦੀ ਇੱਕ ਕਾਲਜ ਸਟੂਡੈਂਟ ਐਡੋਪਟ ਕਰ ਲੈਂਦੀ ਹੈ। ਉਸ ਦਾ ਨਾਮ ਰੱਖਦੀ ਹੈ ਟੀਨੋ। ਮਾਇਆ ਦੀ ਲਾਈਫ ਦੇ ਵਿੱਚ ਇਕੱਲਾਪਨ ਹੁੰਦਾ ਹੈ ਤੇ ਟੀਨੋ ਉਸ ਦੀ ਲਾਈਫ ਦੇ ਵਿੱਚ ਖੁਸ਼ੀਆਂ ਲੈ ਕੇ ਆਉਣੀ ਚਾਹੁੰਦਾ ਹੈ। ਟੀਨੋ ਐਂਡ ਮਾਇਆ ਇੱਕ ਦੂਜੇ ਨੂੰ ਬਹੁਤ ਜ਼ਿਆਦਾ ਪਿਆਰ ਕਰਦੇ ਨੇ। ਟੀਨੋ ਦੇ ਦਿਲ ਦੀ ਗੱਲ ਮਾਇਆ ਹਮੇਸ਼ਾ ਜਾਣ ਲੈਂਦੀ ਹੈ ਤੇ ਉਹੀ ਆਰਡਰ ਕਰਦੀ ਹੈ ਜੋ ਕਿ ਟੀਨੋ ਖਾਣਾ ਪਸੰਦ ਕਰਦਾ ਹੈ ਤੇ ਇਸ ਵਜ੍ਹਾ ਕਰਕੇ ਟੀਨੋ ਦਾ weight ਬਹੁਤ ਜ਼ਿਆਦਾ ਵੱਧ ਜਾਂਦਾ ਹੈ। ਟੀਨੋ ਨੂੰ ਡਾਕਟਰ ਦੇ ਕੋਲ ਲੈ ਕੇ ਜਾਇਆ ਜਾਂਦਾ ਹੈ ਤੇ ਡਾਕਟਰ ਉਸ ਨੂੰ ਕਹਿੰਦੀ ਹੈ ਕਿ ਟੀਨੋ ਨੂੰ ਰਨਿੰਗ ਐਂਡ ਵਾਕਿੰਗ ਕਰਾਉਣੀ ਪਊਗੀ। ਮਾਇਆ ਟੀਨੋ ਨੂੰ ਇੱਕ ਪਾਰਕ ਦੇ ਵਿੱਚ ਲੈ ਜਾਂਦੀ ਹੈ। ਮਾਇਆ ਬੋਲ ਨੂੰ ਦੂਰ ਸੁੱਟਦੀ ਹੈ ਤੇ ਟੀਨੋ ਨੂੰ ਕਹਿੰਦੀ ਹੈ ਉਸ ਬੋਲ ਨੂੰ ਲੈ ਕੇ ਆਵੇ, ਪਰ ਟੀਨੋ ਰਨਿੰਗ ਕਰਨਾ ਤਾਂ ਦੂਰ, ਉਹ ਵਾਕ ਵੀ ਕਰਨਾ ਨਹੀਂ ਪਸੰਦ ਕਰਦਾ। ਪਰ ਨੈਕਸਟ ਮੂਮੈਂਟ ਸਭ ਕੁਝ ਚੇਂਜ ਹੋ ਜਾਂਦਾ ਹੈ ਜਦ ਟੀਨੋ ਇੱਕ ਫੀਮੇਲ ਡੌਗ ਜਿਸ ਦਾ ਨਾਮ ਰੌਕਸੀ ਹੈ ਉਸ ਨੂੰ ਦੇਖਦਾ ਹੈ। ਰੌਕਸੀ ਬਹੁਤ ਵਧੀਆ ਤਰੀਕੇ ਨਾਲ ਬੋਲ ਨੂੰ ਕੈਚ ਕਰਦੀ ਹੈ। ਟੀਨੋ ਬੋਲ ਨੂੰ ਚੱਕਦਾ ਹੈ ਤੇ ਰੌਕਸੀ ਦੇ ਮਾਸਟਰ ਦੇ ਕੋਲ ਲੈ ਜਾਂਦਾ ਹੈ ਜਿਸ ਦਾ ਨਾਮ ਐਲ ਹੁੰਦਾ ਹੈ। ਐਲ ਮਾਇਆ ਦਾ ਕਲਾਸਮੇਟ ਹੈ। ਰੌਕਸੀ ਐਂਡ ਟੀਨੋ ਦੇ ਕਰਕੇ ਇਹਨਾਂ ਦੋਵਾਂ ਦੀ ਦੋਸਤੀ ਹੋ ਜਾਂਦੀ ਹੈ ਤੇ ਜਲਦੀ ਹੀ ਮਾਇਆ ਐਂਡ ਐਲ ਵਿਆਹ ਕਰਵਾ ਲੈਂਦੇ ਨੇ ਤੇ ਇਹਨਾਂ ਦੇ 3 ਬੱਚੇ ਵੀ ਹੁੰਦੇ ਆ। ਹੁਣ ਟੀਨੋ, ਰੌਕਸੀ, ਮਾਇਆ, ਐਲ ਐਂਡ ਇਹਨਾਂ ਦੇ 3 ਬੱਚੇ ਇਕੱਠੇ ਰਹਿੰਦੇ ਨੇ। ਇੱਕ ਵਾਰੀ ਰੌਕਸੀ ਨੂੰ ਕਾਰ ਵਿੱਚ ਲੈ ਕੇ ਜਾਂਦੇ ਆ ਪਰ ਰੌਕਸੀ ਕਦੇ ਵਾਪਸ ਨਹੀਂ ਆਉਂਦੀ, ਮਤਲਬ ਕਿ ਰੌਕਸੀ ਦੀ ਮੌਤ ਹੋ ਚੁੱਕੀ ਹੈ। ਰੌਕਸੀ ਦੀ ਮੌਤ ਕਰਕੇ ਟੀਨੋ ਨੂੰ ਬਹੁਤ ਜ਼ਿਆਦਾ ਦੁੱਖ ਲੱਗਦਾ ਹੈ। ਟਾਈਮ ਨਿਕਲਣ ਦੇ ਨਾਲ ਹੁਣ ਟੀਨੋ ਵੀ ਬੁੜਾ ਹੋ ਚੁੱਕਿਆ ਹੈ। ਟੀਨੋ ਮਰਨ ਤੋਂ ਪਹਿਲਾਂ ਸੋਚਦਾ ਹੈ ਵੀ ਉਸ ਨੇ ਹੁਣ ਤੱਕ ਜਿੰਨੇ ਵੀ ਜਨਮ ਲਏ ਇਸ ਜਨਮ ਵਿੱਚ ਉਸ ਨੂੰ ਸਭ ਤੋਂ ਵੱਧ ਖੁਸ਼ੀਆਂ ਮਿਲੀਆਂ। ਉਸ ਦੇ ਕੋਲ ਹਰ ਤਰ੍ਹਾਂ ਦੀ ਖੁਸ਼ੀ ਸੀ। ਇਸ ਤੋਂ ਬਾਅਦ ਬੈਲੀ ਜਾਣੀ ਕਿ ਟੀਨੋ ਦੀਆਂ ਅੱਖਾਂ ਹਮੇਸ਼ਾ ਦੇ ਲਈ ਬੰਦ ਹੋ ਜਾਂਦੀਆਂ ਨੇ, ਪਰ ਉਸ ਦੀ ਜ਼ਿੰਦਗੀ ਦਾ ਸਫ਼ਰ ਇੱਥੇ ਹੀ ਨਹੀਂ ਮੁੱਕਦਾ। ਸਨ 2004 ਵਿੱਚ ਇੱਕ ਵਾਰੀ ਫੇਰ ਉਹ ਡੌਗ ਦੇ ਰੂਪ ਵਿੱਚ ਜਨਮ ਲੈਂਦਾ ਹੈ ਤੇ ਇਸ ਵਾਰ ਉਸ ਦੀ ਬਰੀਡ ਹੁੰਦੀ ਆ ਆਸਟ੍ਰੇਲੀਅਨ ਸ਼ੈਫਰਡ। ਉਸ ਨੂੰ ਵੈਂਡੀ ਨਾਮ ਦੀ ਇੱਕ ਕੁੜੀ ਐਡੋਪਟ ਕਰ ਲੈਂਦੀ ਹੈ ਤੇ ਉਸ ਦਾ ਨਾਮ ਰੱਖਦੀ ਹੈ ਵੈਫਲ। ਪਰ ਵੈਂਡੀ ਦਾ ਹਸਬੈਂਡ ਉਸ ਨੂੰ ਬਿਲਕੁਲ ਪਸੰਦ ਨਹੀਂ ਕਰਦਾ ਤੇ ਕਹਿੰਦਾ ਕਿ ਇਸ ਨੂੰ ਘਰ ਦੇ ਵਿੱਚ ਲੈ ਕੇ ਆਉਣ ਦੀ ਕੋਈ ਲੋੜ ਨਹੀਂ, ਮਤਲਬ ਵੈਫਲ ਨੂੰ ਘਰ ਦੇ ਬਾਹਰ ਹੀ ਰਹਿਣਾ ਪਵੇਗਾ। ਕਈ ਸਾਲ ਬੀਤ ਜਾਂਦੇ ਨੇ ਤੇ ਵੈਫਲ ਘਰ ਦੇ ਬਾਹਰ ਹੀ ਰਹਿੰਦਾ ਹੈ। ਇੱਕ ਦਿਨ ਵੈਂਡੀ ਦਾ ਹਸਬੈਂਡ ਵੈਫਲ ਨੂੰ ਆਪਣੇ ਨਾਲ ਲੈ ਜਾਂਦਾ ਹੈ ਤੇ ਇੱਕ ਜੰਗਲ ਵਿੱਚ ਛੱਡ ਦਿੰਦਾ ਹੈ। ਵੈਫਲ ਵੀ ਉਸ ਲਾਈਫ ਤੋਂ ਬੋਰ ਹੋ ਚੁੱਕਿਆ ਸੀ, ਇਸ ਕਰਕੇ ਉਹ ਵਾਪਸ ਨਾ ਜਾਣ ਦਾ ਫੈਸਲਾ ਕਰਦਾ ਹੈ ਤੇ ਉਹ ਆਪਣੇ ਰਾਹ 'ਤੇ ਤੁਰ ਪੈਂਦਾ ਹੈ। ਤੇ ਜਦ ਉਹ ਇੱਕ ਫਾਰਮ 'ਤੇ ਪਹੁੰਚਦਾ ਹੈ ਤਾਂ ਉਸ ਨੂੰ ਅਹਿਸਾਸ ਹੁੰਦਾ ਹੈ ਵੀ ਉਹ ਪਹਿਲਾਂ ਵੀ ਇੱਥੇ ਆ ਚੁੱਕਿਆ ਹੈ। ਉਸ ਨੂੰ ਯਾਦ ਆਉਂਦਾ ਹੈ ਵੀ ਆਪਣੇ ਦੂਸਰੇ ਜਨਮ ਵਿੱਚ ਉਹ ਈਥਨ ਦੇ ਨਾਲ ਇੱਥੇ ਰਹਿੰਦਾ ਹੁੰਦਾ ਸੀ।
ਉਹ ਚਾਰੋਂ ਪਾਸੇ ਈਥਨ ਨੂੰ ਲੱਭਣਾ ਸ਼ੁਰੂ ਕਰ ਦਿੰਦਾ ਹੈ ਤੇ ਉਸ ਨੂੰ ਈਥਨ ਦਿਖ ਜਾਂਦਾ ਹੈ ਜੋ ਕਿ ਹੁਣ ਬੁੱਢਾ ਹੋ ਚੁੱਕਿਆ ਹੈ। ਉਹ ਭੱਜ ਕੇ ਖੁਸ਼ੀ ਦੇ ਨਾਲ ਈਥਨ ਦੇ ਕੋਲ ਜਾਂਦਾ ਹੈ, ਉਸ ਨੂੰ ਚੱਟਣਾ, ਉਸ ਨੂੰ ਪਿਆਰ ਕਰਨਾ ਸ਼ੁਰੂ ਕਰ ਦਿੰਦਾ ਹੈ। ਉਹ ਕਹਿੰਦਾ ਮੈਂ ਤੈਨੂੰ ਲੱਭ ਲਿਆ। ਹਾਲਾਂਕਿ ਈਥਨ ਉਸ ਨੂੰ ਪਛਾਣ ਨਹੀਂ ਸਕਦਾ, ਪਰ ਬੈਲੀ ਜਿਸ ਦਾ ਇਸ ਜਨਮ ਦੇ ਵਿੱਚ ਨਾਮ ਵੈਫਲ ਹੈ, ਉਸਨੇ ਆਪਣੇ ਈਥਨ ਨੂੰ ਲੱਭ ਲਿਆ ਸੀ। ਈਥਨ ਉਸ ਨੂੰ ਕੁਝ ਖਾਣ ਲਈ ਦਿੰਦਾ ਤੇ ਉਸ ਨੂੰ ਕਹਿੰਦਾ ਉਹਨੂੰ ਆਪਣੇ ਘਰ ਜਾਣਾ ਪਊਗਾ, ਪਰ ਬੈਲੀ ਯਾਨੀ ਕਿ ਵੈਫਲ ਬੋਲਦਾ ਵੀ ਇਹੀ ਮੇਰਾ ਘਰ ਹੈ। ਈਥਨ ਦਰਵਾਜ਼ਾ ਬੰਦ ਕਰ ਦਿੰਦਾ ਹੈ, ਪਰ ਬੈਲੀ ਉੱਥੋਂ ਹਿੱਲਦਾ ਵੀ ਨਹੀਂ। ਇਸੇ ਕਰਕੇ ਈਥਨ ਨੈਕਸਟ ਡੇ ਬੈਲੀ ਨੂੰ ਇੱਕ ਡੌਗ ਫਾਰਮ ਦੇ ਵਿੱਚ ਛੱਡ ਆਉਂਦਾ ਹੈ, ਪਰ ਉਸ ਤੋਂ ਬਾਅਦ ਈਥਨ ਤੋਂ ਵੀ ਨਹੀਂ ਰਿਹਾ ਜਾਂਦਾ। ਉਹ ਨੈਕਸਟ ਡੇ ਜਾ ਕੇ ਬੈਲੀ ਨੂੰ ਦੁਬਾਰਾ ਆਪਣੇ ਘਰ ਦੇ ਵਿੱਚ ਲੈ ਆਉਂਦਾ ਹੈ, ਮਤਲਬ ਕਿ ਉਸਨੇ ਬੈਲੀ ਨੂੰ ਐਡੋਪਟ ਕਰ ਲਿਆ ਹੈ। ਪਰ ਬੈਲੀ ਦੇਖਦਾ ਕਿ ਈਥਨ ਦੀ ਲਾਈਫ ਦੇ ਵਿੱਚ ਇਕੱਲਾਪਨ ਹੈ। ਉਹ ਕੁਝ ਵੀ ਕਰਕੇ ਉਸ ਦੀ ਲਾਈਫ ਦੇ ਇਕੱਲੇਪਨ ਨੂੰ ਦੂਰ ਕਰਨਾ ਚਾਹੁੰਦਾ ਹੈ। ਦਰਅਸਲ ਈਥਨ ਨੇ ਹੈਨਾ ਦੇ ਨਾਲ ਬ੍ਰੇਕਅਪ ਤੋਂ ਬਾਅਦ ਕਦੇ ਮੈਰਿਜ ਹੀ ਨਹੀਂ ਕਰਵਾਈ। ਇੱਕ ਦਿਨ ਬੈਲੀ ਘਰ ਤੋਂ ਬਾਹਰ ਨਿਕਲ ਜਾਂਦਾ ਹੈ ਤੇ ਇੱਕ ਘਰ ਕੋਲ ਪਹੁੰਚਦਾ ਜਿੱਥੇ ਉਸ ਨੂੰ ਹੈਨਾ ਦਿਖਾਈ ਦਿੰਦੀ ਹੈ। ਉਹ ਹੈਨਾ ਦੇ ਕੋਲ ਜਾਂਦਾ ਹੈ। ਹੈਨਾ ਉਸ ਦੇ ਗਲ ਵਿੱਚ ਉਸ ਦਾ ਬੈਚ ਦੇਖਦੀ ਹੈ ਜਿਸ 'ਤੇ ਉਸ ਦਾ ਨਾਮ ਲਿਖਿਆ ਹੁੰਦਾ ਬਡੀ। ਦਰਅਸਲ ਈਥਨ ਨੇ ਉਸ ਦਾ ਨਾਮ ਬਡੀ ਰੱਖਿਆ ਸੀ। ਬੈਚ ਦੀ ਦੂਜੀ ਸਾਈਡ 'ਤੇ ਈਥਨ ਦਾ ਨਾਮ ਲਿਖਿਆ ਹੁੰਦਾ। ਹੈਨਾ ਜਦ ਈਥਨ ਦਾ ਨਾਮ ਦੇਖਦੀ ਹੈ ਤਾਂ ਉਹ ਬਡੀ ਨੂੰ ਯਾਨੀ ਕਿ ਬੈਲੀ ਨੂੰ ਲੈ ਕੇ ਉਸ ਦੇ ਫਾਰਮ ਤੱਕ ਪਹੁੰਚ ਜਾਂਦੀ ਹੈ, ਜਿੱਥੇ ਈਥਨ ਐਂਡ ਹੈਨਾ ਇੱਕ ਦੂਜੇ ਨੂੰ ਦੇਖ ਕੇ ਬਹੁਤ ਹੀ ਖੁਸ਼ ਹੁੰਦੇ ਨੇ। ਹੈਨਾ ਦੱਸਦੀ ਹੈ ਵੀ ਉਸਦੇ ਪਤੀ ਦੀ ਮੌਤ ਹੋ ਚੁੱਕੀ ਹੈ। ਈਥਨ ਵੀ ਹੈਨਾ ਦੇ ਕੋਲੋਂ ਮਾफ़ੀ ਮੰਗਦਾ ਕਿ ਉਸਨੇ ਹੈਨਾ ਨੂੰ ਆਪਣੀ ਲਾਈਫ ਦੇ ਵਿੱਚੋਂ ਦੂਰ ਕਰ ਦਿੱਤਾ ਸੀ, ਪਰ ਹੈਨਾ ਕਹਿੰਦੀ ਹੈ ਕਿ ਉਹ ਬਹੁਤ ਹੀ ਜ਼ਿਆਦਾ ਪੁਰਾਣੀ ਗੱਲ ਹੋ ਚੁੱਕੀ ਹੈ। ਉਸ ਤੋਂ ਬਾਅਦ ਈਥਨ ਹੈਨਾ ਨੂੰ ਡੇਟ ਦੇ ਲਈ ਪੁੱਛਦਾ ਹੈ ਤੇ ਇਹ ਦੋਵੇਂ ਇੱਕ ਵਾਰੀ ਫੇਰ ਇਕੱਠੇ ਹੋ ਜਾਂਦੇ ਨੇ ਤੇ ਜਲਦੀ ਹੀ ਦੋਵੇਂ ਮੈਰਿਜ ਕਰਵਾ ਲੈਂਦੇ ਨੇ। ਹਾਲਾਂਕਿ ਬੈਲੀ ਨੂੰ ਪਤਾ ਹੈ ਵੀ ਇਹ ਉਸਦਾ ਈਥਨ ਹੈ, ਪਰ ਈਥਨ ਨੂੰ ਨਹੀਂ ਪਤਾ ਕਿ ਇਹ ਉਸ ਦਾ ਬੈਲੀ ਹੀ ਹੈ। ਬੈਲੀ ਚਾਹੁੰਦਾ ਹੈ ਕਿ ਈਥਨ ਨੂੰ ਵੀ ਪਤਾ ਲੱਗੇ ਕਿ ਮੈਂ ਉਸ ਦਾ ਬੈਲੀ ਹਾਂ, ਇਸ ਲਈ ਉਹ ਉਸ ਬਾਲ ਨੂੰ ਲੈ ਕੇ ਆਉਂਦਾ ਹੈ ਜਿਸ ਦੇ ਨਾਲ ਉਹ ਆਪਣੇ ਦੂਸਰੇ ਜਨਮ ਦੇ ਵਿੱਚ ਈਥਨ ਦੇ ਨਾਲ ਖੇਡਦਾ ਸੀ। ਈਥਨ ਉਸ ਬਾਲ ਨੂੰ ਸੁੱਟਦਾ ਹੈ, ਪਰ ਬੈਲੀ ਉਸ ਬਾਲ ਨੂੰ ਨਹੀਂ ਲੈ ਕੇ ਆਉਂਦਾ। ਦਰਅਸਲ ਬੈਲੀ ਚਾਹੁੰਦਾ ਹੈ ਕਿ ਈਥਨ ਉਸੇ ਤਰ੍ਹਾਂ ਉਸ ਦੇ ਨਾਲ ਖੇਡੇ ਜਿਵੇਂ ਕਿ ਉਹ ਆਪਣੇ ਦੂਸਰੇ ਜਨਮ ਦੇ ਵਿੱਚ ਖੇਡਦੇ ਹੁੰਦੇ ਸੀ। ਈਥਨ ਵੀ ਬੋਲ ਨੂੰ ਸੁੱਟਦਾ ਹੈ ਤੇ ਨੀਚੇ ਝੁਕ ਜਾਂਦਾ ਹੈ। ਬੈਲੀ ਉਸ ਦੀ ਪਿੱਠ 'ਤੇ ਜੰਪ ਕਰਦਾ ਹੈ ਤੇ ਬੋਲ ਨੂੰ ਕੈਚ ਕਰਦਾ ਹੈ। ਇਹ ਦੇਖ ਕੇ ਈਥਨ ਸ਼ੌਕਡ ਹੋ ਜਾਂਦਾ ਹੈ ਕਿਉਂਕਿ ਇਸ ਗੇਮ ਦੇ ਬਾਰੇ ਈਥਨ ਐਂਡ ਉਸ ਦੇ ਡੌਗ ਬੈਲੀ ਨੂੰ ਹੀ ਪਤਾ ਸੀ। ਫਿਰ ਈਥਨ ਉਸ ਨੂੰ ਬੌਸ ਡੌਗ ਕਹਿ ਕੇ ਬੁਲਾਉਂਦਾ ਤੇ ਬੈਲੀ ਜ਼ੋਰ-ਜ਼ੋਰ ਦੀ ਭੌਂਕਣਾ ਸ਼ੁਰੂ ਕਰ ਦਿੰਦਾ ਹੈ। ਜਿੰਨੀ ਵਾਰ ਵੀ ਉਹ ਬੌਸ ਡੌਗ ਬੋਲਦਾ ਬੈਲੀ ਜ਼ੋਰ-ਜ਼ੋਰ ਦੀ ਭੌਂਕਣਾ ਸ਼ੁਰੂ ਕਰ ਦਿੰਦਾ ਹੈ। ਇਹ ਦੇਖ ਕੇ ਈਥਨ ਸਮਝ ਜਾਂਦਾ ਵੀ ਇਹ ਹੋਰ ਕੋਈ ਨਹੀਂ ਉਸ ਦਾ ਬੈਲੀ ਹੀ ਹੈ ਜਿਸ ਨੇ ਦੁਬਾਰਾ ਜਨਮ ਲਿਆ ਹੈ। ਐਂਡ ਵਿੱਚ ਬੈਲੀ ਨੂੰ ਦਿਖਾਇਆ ਜਾਂਦਾ ਹੈ ਜੋ ਕਿ ਕਹਿੰਦਾ ਹੈ ਕਿ ਮੈਨੂੰ ਮੇਰੀ ਲਾਈਫ ਦਾ ਪਰਪਸ ਸਮਝ ਆ ਗਿਆ ਹੈ। ਸਾਨੂੰ ਹਮੇਸ਼ਾ ਖੁਸ਼ ਰਹਿਣਾ ਚਾਹੀਦਾ ਹੈ। ਸਾਨੂੰ ਜਦ ਵੀ ਮੌਕਾ ਮਿਲੇ ਸਾਨੂੰ ਦੂਜਿਆਂ ਦੀ ਹੈਲਪ ਕਰਨੀ ਚਾਹੀਦੀ ਹੈ। ਸਾਡੇ ਅਤੀਤ 'ਚ ਜੋ ਕੁਝ ਵੀ ਹੋਇਆ ਸਾਨੂੰ ਉਸ ਦੇ ਲਈ ਦੁਖੀ ਨਹੀਂ ਹੋਣਾ ਚਾਹੀਦਾ ਤੇ ਨਾ ਹੀ ਫਿਊਚਰ ਦੀ ਪਰਵਾਹ ਕਰਨੀ ਚਾਹੀਦੀ ਹੈ। ਸਾਨੂੰ ਦੂਸਰਿਆਂ ਬਾਰੇ ਸੋਚਣਾ ਚਾਹੀਦਾ ਤੇ ਸਭ ਤੋਂ ਜ਼ਰੂਰੀ ਸਾਨੂੰ ਸਭ ਦੇ ਨਾਲ ਪਿਆਰ ਕਰਨਾ ਚਾਹੀਦਾ। ਸਾਨੂੰ ਉਸ ਪਲ ਵਿੱਚ ਜੀਣਾ ਚਾਹੀਦਾ ਜਿਸ ਪਲ ਵਿੱਚ ਅਸੀਂ ਹਾਂ। ਇਹ ਮੇਰੀ ਤੇ ਹਰ ਇੱਕ ਡੌਗ ਦੀ ਲਾਈਫ ਦਾ ਪਰਪਸ ਹੈ। ਸੋ ਇਹ ਸੀ ਕਹਾਣੀ ਮੂਵੀ ਦੀ ਡੌਗ ਪਰਪਸ ਦੀ। ਇਹ ਫਿਲਮ ਸਾਲ 2017 ਦੇ ਵਿੱਚ ਰਿਲੀਜ਼ ਹੋਈ ਸੀ। IMDb ਤੇ ਇਸ ਦੀ ਰੇਟਿੰਗ 7.2 ਹੈ। ਉਮੀਦ ਕਰਦਾ